ਲਾਬਲੋ ਮਹਿਲਾ ਪੰਜਵਾਂ। ਹਰ ਭਗਤਾਂ ਕਾ ਆਸਰਾ ਅਨ ਨਾਹੀ ਠਾਉ। ਤਾਣ ਦੀਵਾਨ ਪਰਿਵਾਰ ਧਨ ਪ੍ਰਭ ਤੇਰਾ ਨਾਮ। ਕਰ ਕਿਰਪਾ ਪ੍ਰਭ ਆਪਣੀ, ਕਰ ਕਿਰਪਾ ਪ੍ਰਭ ਆਪਣੀ, ਆਪਣੇ ਦਾਸ ਰਖ ਲੀਏ। ਨਿੰਦਕ ਨਿੰਦਾ ਕਰ ਪਚੇ, ਜਮ ਕਾਲ ਗ੍ਰਸੀਏ। ਰਹਾਉ ਸੰਤਾਂ ਏਕ ਧਿਆਵਣਾ, ਦੂਸਰ ਕੋ ਨਾਹੀਂ। ਇਕ ਸੇ ਅਗੈ ਬੇਨਤੀ, ਰਬ ਆਸਰਬ ਥਾਈ। ਕਥਾ ਪੁਰਾਤਨ ਇਉ ਸੁਣੀ, ਭਗਤਨ ਕੀ ਬਾਣੀ। ਸਗਲ ਦੁਸ਼ਟ ਖੰਡ ਖੰਡ ਕੀਏ, ਜਨ ਲੀਏ ਮਾਨੀ। ਸਤ ਬਚਨ ਨਾਨਕ ਕਹੈ, ਪ੍ਰਗਟ ਸਭ ਮਾਹੇ। ਪ੍ਰਭ ਕੇ ਸੇਵਕ ਸ਼ਰਨ ਪ੍ਰਭ, ਤਿਨ ਕਉ ਭਉ ਨਾਹੀ। ਪ੍ਰਭ ਕੇ ਸੇਵਕ ਸ਼ਰਨ ਪ੍ਰਭ, ਤਿਨ ਕਉ ਭਉ ਨਾਹੀ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਬੜੇ ਹੀ ਬੜਭਾਗੀ ਹਾਂ, ਸਤਿਕਾਰਯੋਗ ਹੋ। ਲੜੀਵਾਰ ਗੁਰਬਾਣੀ ਵਿਚਾਰ ਸੁਣ ਰਹੇ ਹੋ। ਆਓ ਫਤਿਹ ਦੀ ਸਾਂਝ ਪਾਈਏ, ਬਾਣੀ ਦੀ ਵਿਚਾਰ ਕਰੀਏ। ਸਾਰਿਆਂ ਨੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੀ ਕਿਰਪਾ ਸਦਕਾ ਗੁਰਬਾਣੀ ਬਿਲਾਵਲ ਰਾਗ ਦੇ ਵਿੱਚੋਂ ਸ਼ਬਦ ਗਾਇਨ ਕੀਤਾ ਹੈ। ਇਸ ਪਾਵਨ ਸ਼ਬਦ ਦਾ ਰਹਾਉ ਦਾ ਜੋ ਬੰਦ ਹੈ, ਉਸ ਦੇ ਵਿੱਚ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਕਰ ਕਿਰਪਾ ਪ੍ਰਭ ਆਪਣੀ, ਆਪਣੇ ਦਾਸ ਰਖ ਲੀਏ। ਹੇ ਵਾਹਿਗੁਰੂ, ਮਿਹਰ ਕਰ, ਕਿਰਪਾ ਕਰ, ਆਪਣੇ ਦਾਸ ਆਪਣੇ ਸੇਵਕਾਂ ਦੀ ਪੈਜ ਰੱਖ। ਇਉਂ ਵੀ ਕਹਿ ਸਕਦੇ ਇੱਕ ਅਰਦਾਸ ਦੇ ਰੂਪ ਵਿੱਚ ਇਹ ਪੰਕਤੀ ਏਕ ਤੁਕ ਬਿਆਨ ਕੀਤੀ ਆ। ਨਿੰਦਕ ਨਿੰਦਾ ਕਰ ਪਚੇ, ਜਮ ਕਾਲ ਗ੍ਰਸੀਏ। ਹੁਣ ਇਹ ਅਰਦਾਸ ਕਿਉਂ ਕੀਤੀ ਹੈ, ਬੇਨਤੀ ਕਿਉਂ ਕੀਤੀ ਹੈ, ਇਹਦਾ ਮਤਲਬ ਕੀ ਆ, ਕਾਰਨ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਪਾਤਸ਼ਾਹ ਨਿੰਦਿਆ ਦੀ ਅੱਗ ਮੱਚ ਰਹੀ ਆ। ਕਿਉਂਕਿ ਆਪ ਜੀ ਨੂੰ ਪਤਾ ਹੈ, ਜਦੋਂ ਕੋਈ ਵੀ ਰੱਬੀ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ, ਰੱਬ ਦੀ ਸੇਵਾ ਵਿੱਚ ਜੁੜਦਾ ਹੈ, ਗੁਰੂ ਦੀ ਸੇਵਾ ਵਿੱਚ ਜੁੜਦਾ ਹੈ, ਤਾਂ ਉਹਦੀ ਨਿੰਦਾ ਹੋਣੀ ਸੁਭਾਵਿਕ ਆ। ਉਹਦੀ ਚਰਚਾ ਕਹਿ ਲਓ, ਬਿਨਾਂ ਵਜ੍ਹਾ ਤੋਂ ਉਹਦੀਆਂ ਗੱਲਾਂ ਹੋਣੀਆਂ ਆਮ ਜੀ ਗੱਲ ਬਣ ਜਾਂਦੀ ਆ। ਤੇ ਇਹਨੂੰ ਆਪਾਂ ਪਿੰਡਾਂ ਦੀ ਬੋਲੀ 'ਚ ਦੰਦ ਘਸਾਈ ਕਹਿ ਦਿੰਦੇ ਆ, ਜਾਂ ਦੰਦ ਕਥਾ ਵੀ ਕਹਿ ਦਿੰਦੇ ਆ। ਵੀ ਭਾਵ ਲੋਕ ਬਿਨਾਂ ਵਜ੍ਹਾ ਤੋਂ, ਬਿਨਾਂ ਗੱਲਬਾਤ ਤੋਂ ਨਿੰਦਾ ਦੇ ਵਿੱਚ ਲੱਗੇ ਰਹਿੰਦੇ ਨੇ ਹਰ ਵਕਤ। ਇਸ ਨਿੰਦਾ ਦੀ ਅੱਗ ਤੋਂ ਹੇ ਪ੍ਰਭੂ ਪਰਮਾਤਮਾ ਜੀ, ਆਪਣੇ ਸੇਵਕਾਂ ਨੂੰ ਤੁਸੀਂ ਬਚਾਓ। ਨਿੰਦਕ ਨਿੰਦਾ ਪਛ ਮੁਏ। ਮੈਨੂੰ ਪਤਾ ਵੀ ਇਹ ਨਿੰਦਾ ਕਰਨ ਵਾਲੇ ਮਰ ਜਾਣਗੇ, ਖਤਮ ਹੋ ਜਾਣਗੇ, ਪਰ ਬਖਸ਼ਿਸ਼ ਤੁਸੀਂ ਕਰਨੀ ਆ, ਤੁਸੀਂ ਮੈਨੂੰ ਬਚਾਉਣਾ ਹੈ।
हे पातशाह, ਜਿਹੜੇ ਉਸ ਤੋਂ ਅੱਗੇ ਨੇ ਉਹ ਕੌਣ ਨੇਗੇ? ਜਮਕਾਲ ਗ੍ਰਸੀਏ, ਸੇਵਕਾਂ ਦੀ ਨਿੰਦਾ ਕਰ ਕਰਕੇ ਇੰਨੇ ਕੁ ਸੜਦੇ ਭੁੱਜਦੇ ਰਹੇ, ਉਹਨਾਂ ਨੂੰ ਸਗੋਂ ਆਤਮਕ ਮੌਤ ਨੇ ਹੜਪ ਲਿਆ। ਜਮਕਾਲ ਗ੍ਰਸੀਏ, ਜਿਹਨੂੰ ਕਹਿ ਦਈਏ ਵੀ ਉਹਨਾਂ ਨੂੰ ਆਤਮਕ ਮੌਤ ਆ ਗਈ। ਚੰਗਿਆਈ ਵੱਲ ਨਹੀਂ ਵਧੇ ਚੰਦਰੇ, ਬੁਰਾਈ ਵੱਲ ਵੱਧਦੇ ਰਹੇ। ਬੁਰਾਈ ਵੱਲ ਹੀ ਵੱਧਦੇ ਰਹੇ ਨਾ। ਉਲਟ ਕਥਾ, ਉਲਟ ਵਿਚਾਰ, ਉਲਟ ਬੋਲੀ, ਉਲਟ ਗੱਲ, ਸਭ ਕੁਛ ਉਲਟ ਕਰਨਾ। ਆਖਰਕਾਰ ਉਹਨਾਂ ਦੀ ਅੰਦਰੋਂ ਜ਼ਮੀਰ ਆ ਜਿਹੜੀ, ਉਹਨਾਂ ਦਾ ਅੰਦਰ ਆ ਜਿਹੜਾ, ਇੰਨਾ ਕੁ ਗਲ ਗਿਆ, ਮਰ ਗਿਆ, ਸੜ ਗਿਆ ਵੀ ਉਹ ਕਿਸੇ ਕਾਰਜ ਦੇ ਵੀ ਨਹੀਂ ਰਹੇਗੀ। ਹੁਣ ਦੇਖੋ, ਨਿੰਦਾ ਨੇ ਨੁਕਸਾਨ ਕਿਹਦਾ ਕੀਤਾ? ਜਿਨ੍ਹਾਂ ਦੀ ਕੀਤੀ ਉਹਨਾਂ ਦਾ ਕੀਤਾ ਨਾ। ਜਿਹੜੇ ਕਰ ਰਹੇ ਨੇ ਉਹਨਾਂ ਨੇ ਖੁਦ ਆਪਣੀ ਜ਼ਿੰਦਗੀ ਆਪ ਬਰਬਾਦ ਕੀਤੀ ਆ। ਤਾਈਓ ਕਬੀਰ ਸਾਹਿਬ ਵਰਗਿਆਂ ਨੇ ਲਿਖਿਆ ਗਾ, ਨਿੰਦੋ ਨਿੰਦੋ ਲੋਕੋ ਮੋਕੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਐਵੇਂ ਨਹੀਂ ਕਿਹਾ। ਐ ਨਿੰਦਣ ਵਾਲਿਓ, ਤੁਹਾਡਾ ਧੰਨਵਾਦ ਹੋਵੇ। ਤੁਸੀਂ ਮੈਨੂੰ ਰੋਜ਼ ਯਾਦ ਕਰਦੇ ਹੋ, ਰੋਜ਼ ਮੇਰੀ ਗੱਲ ਕਰਦੇ ਹੋ, ਪਰ ਮੈਨੂੰ ਦੱਬ ਕੇ ਨਿੰਦਿਆ ਕਰੋ। ਮੈਨੂੰ ਪਤਾ ਮੇਰਾ ਜਾਣਾ ਕੱਖ ਨਹੀਂ, ਮੈਂ ਆਪਣੇ ਜੀਵਨ ਦਾ ਸੁਧਾਰ ਕਰ ਲਵਾਂਗਾ, ਪਰ ਤੁਹਾਡਾ ਰਹਿਣਾ ਕੱਖ ਨਹੀਂ। ਨਿੰਦੋ ਨਿੰਦੋ ਲੋਗੋ ਮੋਕੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਨਿੰਦਾ ਨਾਲ ਤਾਂ ਮੈਨੂੰ ਪਿਆਰ ਬਹੁਤਾ ਕੋਈ ਨਾ ਕਰੋ, ਦੱਬ ਕੇ ਕਰੋ ਜਿੰਨਾ ਤੁਹਾਡਾ ਚਿੱਤ ਮੰਨਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਰ ਬੰਦਿਆ। ਤੇ ਇੱਥੇ ਪਾਤਸ਼ਾਹ ਨੇ ਜੋ ਲਿਖਿਆ ਗਾ, ਹੇ ਵਾਹਿਗੁਰੂ ਜੀ, ਨਿੰਦਕ ਨਿੰਦਾ ਕਰ ਪਚੇ, ਉਹ ਵਿਚਾਰੇ ਖਤਮ ਹੋ ਗਏ। ਜਮਕਾਲ ਗ੍ਰਸੀਏ, ਜਮਕਾਲ ਦੇ ਅਧੀਨ ਉਹਨਾਂ ਨੂੰ ਆਤਮਕ ਮੌਤ ਆ ਗਈ। ਰਹਾਉ, ਇਹ ਰਹਾਉ ਦਾ ਬੰਦਾ ਜਿਹਦੇ ਵਿੱਚ ਅੱਧੀ ਤੁਕ ਚ ਪਾਤਸ਼ਾਹ ਨੇ ਬੇਨਤੀ ਕੀਤੀ ਆ, ਤੇ ਅੱਧੀ ਤੁਕ ਦੇ ਵਿੱਚ ਬੇਨਤੀ ਕਿਉਂ ਕੀਤੀ ਆ ਉਹਦਾ ਕਾਰਨ ਲਿਖਿਆ ਵੀ ਨਿੰਦਾ ਕਰਨ ਵਾਲੇ ਆਪਣਾ ਜੀਵਨ ਆਪ ਬਰਬਾਦ ਕਰ ਲੈਂਦੇ ਨੇ। ਜਿਹਨੂੰ ਬਾਣੀ ਦੇ ਵਿੱਚ ਇਉਂ ਵੀ ਲਿਖਿਆ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਤੇ ਪਰ ਸੱਚਾਈ ਹੈ ਪਿਆਰ ਵਾਲਿਓ, ਜਿਵੇਂ ਇੱਕ ਨਿਆਣਾ ਨਾ, ਨਿਆਣਾ ਤੇ ਨਿਆਣੇ ਨੂੰ ਦੁਕਾਨ ਦਾ ਜਿਹੜਾ ਸਮਾਨ ਉਹ ਬੜਾ ਪਿਆਰਾ ਲੱਗਦਾ, ਹਾਲਾਂਕਿ ਆਪਾਂ ਨੂੰ ਪਤਾ ਵੀ ਨੁਕਸਾਨਦੇਹ ਆ, ਪਰ ਮੱਲੋ ਮੱਲੀ ਉਹ ਦੁਕਾਨ ਵੱਲ ਨੂੰ ਭੱਜਦਾ। ਬਸ ਉਹ ਨਿਆਣਾ ਵੀ ਇੱਕ ਨਾ ਇੱਕ ਦਿਨ ਸੁਧਰ ਜਾਂਦਾ, ਅਕਸਰ ਉਹਦੇ ਜੀਵਨ 'ਚ ਵੀ ਬਦਲਾਅ ਆ ਜਾਂਦਾ ਗਾ। ਪਰ ਜਿਹੜਾ ਮਨੁੱਖਤਾ ਦਾ ਸੁਭਾਅ ਨਾ, ਬਿਰਲਿਆਂ ਨੂੰ ਛੱਡ ਕੇ, ਰੱਬ ਦੇ ਪਿਆਰਿਆਂ ਨੂੰ ਛੱਡ ਕੇ, ਬਹੁਤੀ ਮਨੁੱਖਤਾ ਦਾ ਜਿਹੜਾ ਸੁਭਾਅ ਗਾ ਉਹ ਇਦਾਂ ਦਾ ਵੀ ਜਿਨ੍ਹਾਂ ਨੂੰ ਨਿੰਦਾ ਜਿਹੜੀ ਹੈ ਉਹ ਬੜੀ ਪਿਆਰੀ ਲੱਗਦੀ ਆ। ਬੱਚਿਆਂ ਨੂੰ ਜਿਵੇਂ ਕੁਰਕਰੇ ਸਵਾਦ ਲੱਗਦੇ ਆ ਨਾ, ਹੁਣ ਸਿਆਣਾ ਬੰਦਾ ਤਾਂ ਟੌਫੀਆਂ ਕੁਰਕਰੇ ਨਹੀਂ ਵਰਤਦਾ ਨਾ, ਤੇ ਜਿਹੜਾ ਬੱਚਾ ਹੈਗਾ, ਹੁਣ ਬੱਚਾ ਮੱਲੋ ਜੋਰੀ ਉਧਰ ਨੂੰ ਜਾਵੇਗਾ। ਬਸ ਇਵੇਂ ਜਿਵੇਂ ਨਿੰਦਾ ਕਰਨ ਵਾਲੇ ਗੁਰੂ ਪਾਤਸ਼ਾਹ ਜੀ ਕਹਿੰਦੇ ਦੁਨੀਆ ਦੇ ਵਿੱਚ ਰਹਿੰਦੇ ਹੋਏ ਇਉਂ ਭੱਜਦੇ ਆ ਜਿਵੇਂ ਬੱਚਾ ਦੁਕਾਨ ਤੇ ਭੱਜਦਾ ਹੋਵੇ, ਇਉਂ ਜਾਂਦੇ ਨੇ, ਹਨਾ। ਇਹਦਾ ਮਤਲਬ ਆਪਾਂ ਸੌਖੀ ਭਾਸ਼ਾ 'ਚ ਕਹਿ ਸਕਦੇ ਹਾਂ ਵੀ ਨਿੰਦਾ ਕਰਨ ਵਾਲੇ ਨੂੰ ਨਿੰਦਾ ਬੜੀ ਚੰਗੀ ਲੱਗਦੀ ਹੈ, ਪਰ ਉਹਦਾ ਰਿਜ਼ਲਟ ਅੰਤ ਮਾੜਾ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨਾ ਨਿੰਦਕਾ, ਨਰਕੇ ਘੋਰ ਪਵਨ। ਇੱਥੇ ਲਿਖ ਦਿੱਤਾ, ਨਿੰਦਕ ਨਿੰਦਾ ਕਰ ਪੱਚੇ, ਜਮਕਾਲ ਗ੍ਰਸੀਏ। ਨਿੰਦਾ ਕਰਨ ਵਾਲੇ ਪਚ ਗਏ, ਸੜ ਗਏ, ਮੱਚ ਗਏ, ਤੇ ਆਖਰਕਾਰ ਜ਼ਮੀਰ ਦੀ ਮੌਤ ਵੀ ਮਰ ਕੇ। ਰਹਾਓ। ਫਿਰ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ, ਹਰ ਭਗਤਾਂ ਕਾ ਆਸਰਾ, ਰੱਬ ਦੇ ਪਿਆਰਿਆਂ ਦਾ ਆਸਰਾ ਕੌਣ ਹੈ? ਅਨ ਨਾਹੀ ਠਾਓ, ਉਹ ਇੱਕ ਗੁਰੂ ਤੋਂ ਬਿਨਾਂ ਹੋਰ ਨਹੀਂ ਕਿਤੇ ਜਾਂਦੇ। ਉਹਨਾਂ ਨੂੰ ਪਤਾ ਵੀ ਮੈਨੂੰ ਕੇਵਲ ਤੇ ਕੇਵਲ ਬੁਰਾਈਆਂ ਤੋਂ ਗੁਰੂ ਹੀ ਬਚਾ ਸਕਦਾ, ਗਿਆਨ ਹੀ ਬਚਾ ਸਕਦਾ।
ਅੰਨ ਨਾਹੀਂ ਠਾਓ। ਅੰਨ ਤੋਂ ਭਾਵ ਕੀ ਹੈ ਕਿ हे ਮੇਰੇ ਮਾਲਕ ਜੀ, ਮੈਨੂੰ ਹੋਰ ਥਾਂ ਤੇ ਨਾ ਕਿਤੇ ਵੀ ਲੈ ਕੇ ਜਾਵੀਂ, ਕਿਤੇ ਵੀ ਨਾ ਲੈ ਕੇ ਜਾਵੀਂ। ਇਹ ਆਪਾਂ ਰੋਜ਼ ਹੀ ਬੇਨਤੀ ਕਰਦੇ ਹਾਂ ਵੀ ਕਿਤੇ ਜਾਣਾ ਵੀ ਨਹੀਂ ਚਾਹੀਦਾ ਗਾ। ਸਿੱਖ ਦੇ ਜੀਵਨ ਵਿੱਚ ਸੁਹਾਗਣ ਵਾਲੀ ਪਰਪੱਕਤਾ ਹੋਣੀ ਚਾਹੀਦੀ ਆ। ਅੰਨ ਨਾਹੀਂ ਠਾਓ, ਮੈਂ ਨਹੀਂ ਕਿਤੇ ਹੋਰ ਜਾਣਾ ਚਾਹੁੰਦਾ, ਪਾਤਸ਼ਾਹ ਬਖਸ਼ਿਸ਼ ਕਰੋ। ਤਾਣ ਦੀਵਾਨ ਪ੍ਰਭ ਪਰਿਵਾਰ ਧਨ, ਪ੍ਰਭ ਤੇਰਾ ਨਾਉ। ਮੇਰਾ ਤਾਣ, ਮੇਰਾ ਦੀਵਾਨ, ਮੇਰਾ ਪਰਿਵਾਰ, ਮੇਰਾ ਧਨ। ਇਹਦੇ ਵਿੱਚ ਕੁਝ ਗੱਲਾਂ ਪੰਜਵੇਂ ਪਾਤਸ਼ਾਹ ਨੇ ਐਡ ਕੀਤੀਆਂ ਨੇ। ਨੰਬਰ 1 ਤੇ ਤਾਣ। ਤਾਣ ਦਾ ਅਰਥ ਹੁੰਦਾ ਬਲ, ਤਾਕਤ ਜਿਹਨੂੰ ਆਪਾਂ ਕਹਿ ਲਈਏ। ਤਾਣ ਫਿਰ ਅੱਗੇ ਲਿਖਿਆਗਾ ਦੀਵਾਨ। ਦੀਵਾਨ ਦਾ ਆਸਰਾ ਹੈ, ਮਤਲਬ ਆਸਰਾ, ਦੀਵਾਨ ਦਾ ਅਰਥ ਹੈ ਆਸਰਾ। ਅੱਗੇ ਲਿਖਿਆ ਪਰਿਵਾਰ। ਬੰਦੇ ਨੂੰ ਆਪਣੇ ਸਰੀਰਕ ਤਲ ਤੇ ਜ਼ਿੰਦਗੀ ਜਿਉਂਦਿਆਂ ਬਲ ਵੀ ਚਾਹੀਦਾ, ਆਸਰਾ ਪਰਿਵਾਰ ਦਾ ਤੇ ਧਨ ਦਾ ਚਾਹੀਦਾ ਨਾ। ਪਰ ਇੱਥੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਮੇਰਾ ਪਰਿਵਾਰ, ਮੇਰਾ ਧਨ, ਮੇਰਾ ਆਸਰਾ, ਮੇਰਾ ਬਲ, ਪ੍ਰਭ ਤੇਰਾ ਨਾਮ। हे प्रभु परमात्मा जी, तेरा ही मैनू आसरा है, तेरे तो बिना मेरा कोई होर आसरा नहीं है, तेरे तो बिना मेरा होर कोई आसरा नहीं है। जिवें आपां पहलां सुणदे रहे ना पुराने बजुर्गां तो, गुरु घरां दे विच सुबह कीर्तन होया करदा सी ते धारना पढ़दे हुंदे सन साडे बाबे बजुर्ग। एक तकिया आसरा तेरा, होर सभे ढाइयां ढेरियां। भाव हे मालक जी, एक मैनू तेरा ही आसरा, होर मेरी जिंदगी च कोई मेरा परिवार, कोई धन दौलत, कोई किसी तरह का आसरा काम नहीं करता गा, तेरा सहारा। जिन्हों आपां ये भी कह सकते हैं, बाणी विच किन्ने थाई लिखिया तू ही तू, तू ही तू तो भाव तेरे तो बिना होर कोई मेरा आसरा नहीं है। हुण सोचो, सानू लगातार निरंतर किन्ना टाइम हो गया साधां चेलड़ियां चाटड़ियां कोल चौंकियां भरदियां नूं। माड़ा मोटा जिहा ना आपां अपने समय नूं कैलकुलेशन करके वेखो भी किन्ना टाइम हो गया। मड़ियां कबरां ते जांदियां नूं किन्ना टाइम हो गया, पर किसी बाबे ने अज तक कोई असर दिखाया? असर तो भाव साडे मन दे वहम तां हो सकदे, साडे घरे आ हो गया जा हो गया, कोई दुनियावी आफत तो बचाया? सोचो है ना, एडी वड्डी भीड़ आई पई आ दुनिया ते, संकट आया पिया गा, सब रौला पा रहे ने। कदे रोजाना ही सड़कां ते किसी मसले नूं लैके, कदे किसी मसले नूं लैके, कदे किसी मसले नूं लैके, ते सारे बाबे पीरां ने रल के किसी किसान दी मदद कीती है जां किसी मजदूर दी मदद कीती है? ना, किसी रब ने, वाहिगुरू ये बनौटी मनमती कर्मां ने साडी मदद नहीं कीती, ना कर सके, नहीं कर सके, कर भी नहीं सकते। इसलिए गुरुदेव पातशाह जी बख्शिश करते ने, कहते फिर मेरा तो पातशाह जी वो तेरा नाम ही सब तो बड़ा धन है, परिवार है, तू बख्शिश कर। फिर अगे पातशाह जी कहते संतां एक ध्यावना। इत्थे संतां दा अर्थ है बहुवचन, संगत। संतां दा अर्थ है भगतां दे बचनां राहीं। ते वो भगत कौन ने, रब दे प्यारे कौन ने? असीं आ। साडे ते गुरु साहब ने मान कीता, विश्वास कीता, पर असीं नहीं करदे। ये साडा सुभाव, असीं नहीं करदे, पर गुरु ने साडे ते जरूर मान कीता है ना। फिर पातशाह लिखदे ने, कहंदे संतां एक ध्यावना दूसर को नाहीं। कहंदे रब दे प्यारे ना फिर दूजे नूं नहीं ध्याउंदे गे, इक नूं ध्याउंदे ने। क्योंकि बार बार एक दी गल आ रही है ना, एक ते मनना भी एक नहीं आपां। सियाणी पत्नी
ਆਪਣੇ ਸੁਹਾਗ ਦੇ ਵਿੱਚ ਪਰਪਾਕਾ ਨਾ, ਇਵੇਂ ਅਸੀਂ ਰਹਿਣਾ। ਬਸ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ, ਸੰਤਾਂ ਏਕ ਧਿਆਵਣਾ। ਫਿਰ ਪਾਸ਼ਾ ਜ਼ਿਕਰ ਕਰਦੇ ਨੇ, ਕਹਿੰਦੇ ਦੂਸਰ ਕੋ ਨਾਹੇ ਏਕਸ ਆਗੈ ਬੇਨਤੀ ਰਵਿਆ ਸਰਬ ਠਾਏ। ਫਿਰ ਕਹਿੰਦੇ ਇੱਕ ਅੱਗੇ ਬੇਨਤੀ ਕਰਿਆ ਕਰ, ਹਰੇਕ ਅੱਗੇ ਨਾ ਬੇਨਤੀ ਕਰਿਆ ਕਰ। ਹਰੇਕ ਥਾਂ ਤੋਂ ਨਹੀਂ ਝੋਲੀ ਭਰਨੀ ਪੁੱਤ, ਇੱਕ ਕੋਲੋਂ ਹੀ ਝੋਲੀ ਭਰਨੀ ਆ। ਏਕਸ ਆਗੇ ਬੇਨਤੀ। ਜੇ ਆਪਾਂ ਗੁਰਬਾਣੀ ਵਿੱਚ ਇਉਂ ਵੀ ਬਹੁਤ ਵਾਰੀ ਪੜ੍ਹਦੇ ਹਾਂ, ਹਰ ਇੱਕ ਸਪਹਿ ਅਰਦਾਸ ਕਰ। ਇੱਕ ਅੱਗੇ ਅਰਦਾਸ ਕਰਿਆ ਕਰ। ਅਰਦਾਸ ਨਾ ਕਦੇ ਦੋ ਅੱਗੇ ਨਹੀਂ ਹੁੰਦੀ, ਇੱਕ ਅੱਗੇ ਹੁੰਦੀ ਆ। ਦੋ ਕਿਸ਼ਤੀਆਂ ਦੇ ਵਿੱਚ ਸਵਾਰ ਡੁੱਬ ਜਾਂਦਾ। ਹੁਣ ਪਾਤਸ਼ਾਹ ਇੱਥੇ ਕਹਿੰਦੇ ਨੇ ਇੱਕ ਅੱਗੇ ਬੇਨਤੀ ਕਰ ਭਾਈ, ਇੱਕ ਅੱਗੇ ਬਸ, ਦੂਜੇ ਅੱਗੇ ਬੇਨਤੀ ਨਾ ਕਰੀ। ਆਪ ਸਾਰੇ ਜਾਣਦੇ ਹੋ ਨਾ, ਗੜ ਸ਼ੰਕਰ ਦਾ ਰਹਿਣ ਵਾਲਾ ਕੌਣ? ਭਾਈ ਤਿਲਕਾ, ਜਿਹਦਾ ਜੀਵਨ ਪੜ੍ਹ ਕੇ ਰੋਮ ਰੋਮ ਜਾਗ ਪੈਂਦਾ। ਤੇ ਉਸੇ ਇਲਾਕੇ ਦੇ ਵਿੱਚ ਰਹਿਣ ਵਾਲਾ ਇੱਕ ਮਹੇਸ਼ਾ ਜੋਗੀ ਆ, ਜਿਹਨੇ ਪਖੰਡ ਚਲਾਇਆ ਸੀ। ਉਹ ਸਾਖੀ ਤੁਸੀਂ ਸਾਰੇ ਜਾਣਦੇ ਹੋ। ਸੰਖੇਪ ਟੂਕ ਇੱਕ ਵੀ ਜਿਹੜਾ ਮੇਰੇ ਇੱਕ ਵਾਰੀ ਦਰਸ਼ਨ ਕਰ ਲੂਗਾ 1 ਸਾਲ ਦਾ ਸਵਰਗ, 2 ਵਾਰੀ ਕਰੂਗਾ 2 ਸਾਲ ਦਾ ਸਵਰਗ, 3 ਵਾਰੀ ਦਰਸ਼ਨ ਕਰੂ ਤੇ 3 ਸਾਲ ਦਾ ਸਵਰਗ। ਲਾਲਚ ਦੇ ਰਿਹਾ ਸੀ ਨਾ, ਤੇ ਇਹੀ ਲਾਲਚ ਕਦੇ ਬਨਾਰਸ ਦੀ ਧਰਤੀ ਤੇ ਦਿੱਤਾ ਜਾਂਦਾ ਸੀਗਾ। ਇਹੀ ਲਾਲਚ ਛੇਮ, ਜਿਹੜਾ ਆਪਣਾ ਪਰਿਵਾਰ, ਧੂ ਧੀ ਬਹੂ ਬੇਟੀਆਂ ਦੇ ਕੇ ਨਾ ਸਾਨੂੰ ਦਫਾੜ ਹੋ ਕੇ ਮਰ ਜਾਵੇਗਾ, ਉਹਨੂੰ ਇਦਾਂ ਇਦਾਂ ਦੀਆਂ ਬਰਕਤਾਂ ਮਿਲਣਗੀਆਂ। ਪਰ ਬਰਕਤ ਤਾਂ ਦੱਬ ਕੇ ਬਾਹ ਤੇ ਰੱਜ ਕੇ ਖਾਣ ਆਉਣੀ ਹੈ ਨਾ, ਕਮਾਈ ਕਰਨਾ ਬਰਕਤ ਆਉਣੀ ਆ। ਸਾਰਾ ਇਲਾਕਾ ਭਾਵ ਮਹੇਸ਼ੇ ਜੋਗੀ ਦੇ ਪੈਰਾਂ ਵਿੱਚ ਜਾ ਕੇ ਬਹਿ ਗਏ, ਸਾਰਾ ਇਲਾਕਾ। ਕਿਉਂਕਿ ਇੱਕ ਸਿਆਸਤ ਹੁੰਦੀ ਆ ਕਿਸੇ ਡੇਰੇ ਦਲੀਏ ਨੂੰ ਪ੍ਰਮੋਟ ਕਰਨ ਦੀ। ਪਹਿਲਾਂ ਉਹਦੇ ਕੋਲੇ ਛੋਟੇ, ਫਿਰ ਉਹਦੇ ਕੋਲੇ ਵੱਡੇ ਮੰਤਰੀ ਜਾਂਦੇ ਆ ਨਾ। ਜਦੋਂ ਇਹ ਜਾਣ ਲੱਗ ਗਏ ਤੇ ਫਿਰ ਲੋਕਾਂ ਦਾ ਜਾਣਾ ਸੁਭਾਵਿਕ ਆ, ਲੋਕ ਜਾਣਗੇ। ਪਰ ਕੌਣ ਨਹੀਂ ਗਿਆ? ਇੱਕ ਨਹੀਂ ਗਿਆਗਾ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੱਚਾ ਸੇਵਕ ਹੈ, ਭਾਈ ਤਿਲਕਾ। ਤੇ ਆਪਣੇ ਏਜੰਟਾਂ ਨੂੰ ਭੇਜਿਆ ਵੀ ਨਾ, ਜਾਓ ਦੇਖੋ ਕੋਈ ਰਹਿੰਦਾ ਤਾਂ ਨਹੀਂ ਗਾ। ਰਹਿੰਦਾ ਜੀ, ਕੌਣ ਰਹਿੰਦਾ? ਕਹਿੰਦੇ ਇੱਕ ਰਹਿੰਦਾ, ਗੁਰੂ 5ਵੇਂ ਪਾਤਸ਼ਾਹ ਦਾ ਸਿੱਖ ਆਗਾ, ਉਹ ਨਹੀਂ ਆ ਰਿਹਾ ਗਾ। ਉਹਨੂੰ ਕਹਿੰਦੇ ਵੱਡਾ ਲਾਲਚ ਦੇ ਦਿਓ, ਕੋਈ ਹੋਰ ਲਾਲਚ ਦੇ ਦਿਓ। ਕਹਿੰਦੇ ਕਿਸੇ ਲਾਲਚ ਵੀ ਨਹੀਂ ਆਏਗਾ। ਫਿਰ ਆਪਾਂ ਨੂੰ ਪਤਾ ਨਾ ਵੀ ਜੋਗੀ ਆਪ ਗਿਆ ਚੱਲ ਕੇ, ਮਹੇਸ਼ਾ ਜੋਗੀ ਭਾਈ ਤਿਲਕਾ ਜੀ ਦੇ ਘਰ, ਤੇ ਜਾ ਕੇ ਕਹਿੰਦਾਗਾ ਦਰਸ਼ਨ ਲੈ ਲਾ, ਮੌਕਾ ਖੁੰਝੂਗਾ। ਆਹ ਦੇਖ ਕਿੰਨੇ ਲੋਕ ਦਰਸ਼ਨ ਕਰ ਕਰਕੇ ਨਾ ਤਰ ਗਏ, ਤੇ ਤੂੰ ਵੀ ਆ ਜਾ। ਤੇ ਭਾਈ ਤਿਲਕੇ ਨੇ ਅੰਦਰੋਂ ਖਰੀਆਂ ਖਰੀਆਂ ਸੁਣਾਈਆਂ। ਵਾਰਤਾ ਕੀ ਖੋਲਣਾ ਸੀ, ਖਰੀਆਂ ਖਰੀਆਂ ਸੁਣਾਈਆਂ। ਤੇ ਮਹੇਸ਼ਾ ਜੋਗੀ ਹੈਰਾਨ ਵੀ ਕਮਾਲ ਦੀ ਗੱਲ ਆ, ਇਹ ਕਹੇ ਜਿਹਾ ਬੰਦਾ ਡਰਦਾ ਹੀ ਨਹੀਂ ਮੈਥੋਂ। ਲੋਕ ਤਾਂ ਮੇਰੇ ਚਰਨਾਂ 'ਚ ਡਰਦੇ ਬੈਠੇ ਜਾਂਦੇ ਨੇਗੇ, ਬੇਨਤੀਆਂ ਕਰਦੇ ਆ, ਅਰਦਾਸਾਂ ਕਰਦੇ ਆ, ਬੜਾ ਕੁਛ ਕਰਦੇ ਨੇ ਹਨਾ, ਵੀ ਜਮੀ ਨਹੀਂ ਡਰਦਾਗਾ। ਦੂਜੀ ਗੱਲ ਕਹੀ, ਆ ਜਾ ਮੌਕਾ ਗਾ, ਚੱਲ ਲੋਕਾਂ ਨੂੰ ਮੈਂ ਇੱਕ ਵਾਰੀ ਦਰਸ਼ਨ ਕਰੇ ਦੇ। 1 ਸਾਲ ਦੇ ਦਰਸ਼ਨ ਦਿਨਾ ਨਾ, ਤੈਨੂੰ ਵੱਧ ਦੇ ਦਿੰਨੇ ਆ, ਗਿਫਟ ਵੱਡਾ ਦੇ ਦਿੰਨੇ ਆਗੇ, ਹੋਰ ਕੋਈ ਨਾਲ ਸਹੂਲਤ ਲਾ ਦਿੰਨੇ ਆ ਨਾ। ਚਲੋ ਆਖਰਕਾਰ ਜੋਗੀ ਨੂੰ ਕਹਿਣਾ ਪੈ ਗਿਆ, ਚੰਗਾ ਦਰਸ਼ਨ ਨਹੀਂ ਕਰਨੇ, ਦਰਸ਼ਨ ਦੇ ਜਾ। ਦਰਸ਼ਨ ਨਹੀਂ ਕਰਨੇ ਨਾ, ਦਰਸ਼ਨ ਦੇ ਜਾ। ਫਿਰ ਅਰਦਾਸ ਮੇਰੇ ਅੱਗੇ ਆ ਕੇ ਨਹੀਂ ਕਰਨੀ, ਫਿਰ ਅਰਦਾਸ ਕਰਵਾਈ ਲੈ। ਜੋਗੀ ਦੀਆਂ ਗੱਲਾਂ ਸੁਣ ਕੇ ਰੱਬ ਦਾ ਪਿਆਰਾ ਫਿਰ ਵੀ ਅਡੋਲ ਆ, ਸ਼ਾਂਤ ਚਿੱਤ ਜਿਹਨੂੰ ਆਪਾਂ ਕਹਿ ਲਈਏ, ਫਿਰ ਵੀ ਜਵਾਬ ਦਿੱਤਾ, ਨਾ ਤੇਰੇ ਵਰਗੇ ਦੁਸ਼ਟਾਂ ਨੂੰ ਅਸੀਂ ਮੱਥੇ ਨਹੀਂ ਲਾਉਂਦੇਗੇ। ਤਿੱਖੇ ਵਚਨ ਆ ਨਾ ਇਹ, ਕੋਈ ਵਿਰੋਧੀ ਵਚਨ ਨਹੀਂ, ਤਿੱਖੇ ਵਚਨ ਨੇ ਵੀ ਦਫਾ ਹੋ ਜਾ ਇੱਥੋਂ। ਤੇ ਇੰਨੇ ਨੂੰ ਕਹਿਣਾ ਪੈ ਗਿਆ ਜੋਗੀ ਨੂੰ। ਕਹਿੰਦਾ ਚੰਗਾ ਫਿਰ ਜਿਹੜੇ ਗੁਰੂ ਦਾ ਤੂੰ ਸਿੱਖ ਆ ਨਾ, ਤੈਨੂੰ ਉਸੇ ਗੁਰੂ ਦਾ ਵਾਸਤਾ, ਵਾਸਤਾ ਮੀਨਜ ਉਸੇ ਗੁਰੂ ਦੀ, ਵੈਸੇ ਸਿੱਖ ਨਹੀਂ ਸੌਹਾਂ ਨੂੰ ਮੰਨਦਾ, ਉਸੇ ਗੁਰੂ ਦੀ ਤੈਨੂੰ ਸਹੁੰ ਵਾਸਤਾ ਪਾਉਣਾ ਮੈਂ, ਉਸੇ ਗੁਰੂ ਦਾ ਤਰਲਾ ਪਾਉਣਾ ਮੈਂ, ਤੇ ਤੂੰ ਮਿਹਰ ਕਰ, ਤੂੰ ਆਪ ਹੀ ਦਰਸ਼ਨ ਦੇ ਜਾ ਮੈਨੂੰ।
ਜਦੋਂ ਦੇਖੋ ਪੂਰਾ ਇਲਾਕਾ ਜੋਗੀ ਦੇ ਪੈਰਾਂ 'ਚ ਬੈਠਾ, ਪਰ ਇੱਕ ਰੱਬ ਦਾ ਪਿਆਰਾ ਉਹਦੀ ਦਹਲੀਜ਼ ਤੇ ਖੜ ਕੇ, ਉਹਦੀ ਦੇਹਲੀ ਤੇ ਖੜ ਕੇ, ਜੋਗੀ ਜਿਹਦੇ ਪੈਰਾਂ 'ਚ ਲੋਕ ਬਹਿੰਦੇ ਨੇ, ਉਹ ਗੁਰੂ ਦੇ ਸਿੱਖ ਦੀਆਂ ਮਿੰਨਤਾਂ ਕਰੀ ਜਾਂਦਾ, ਕਹਿੰਦਾ ਮੈਨੂੰ ਦਰਸ਼ਨ ਦੇਈ ਜਾ ਫਿਰ। ਤੇ ਭਾਈ ਤਿਲਕਾ ਜੀ ਨੇ ਦਰਵਾਜ਼ਾ ਖੋਲਿਆ, ਜੋਗੀ ਨੇ ਪੈਰ ਫੜ ਲਏ। ਲੋਕ ਜੋਗੀ ਦੇ ਪੈਰ ਫੜਦੇ ਨੇ, ਤਿਲਕਾ ਜੀ ਦੇ ਪੈਰ ਜੋਗੀ ਨੇ ਫੜ ਲਏ ਤੇ ਕੀ ਕਿਹਾ, ਤੇਰੇ ਵਿੱਚ ਇੰਨੀ ਦ੍ਰਿੜਤਾ, ਤੇਰੇ ਵਿੱਚ ਇੰਨੀ ਪਰਪੱਕਤਾ, ਤੇਰੇ ਵਿੱਚ ਐਡਾ ਵੱਡਾ ਗੁਰੂ ਪ੍ਰਤੀ ਨਿਸ਼ਚਾ, ਮੈਨੂੰ ਉਸੇ ਗੁਰੂ ਕੋਲੇ ਲੈ ਚੱਲ ਜਿਹੜੇ ਗੁਰੂ ਦਾ ਸਿੱਖ ਤੂੰ ਆ। ਜਿਹੜਾ ਭਾਵ ਮਹੇਸ਼ਾ ਜੋਗੀ ਲੋਕਾਂ ਨੂੰ ਮੰਗਰ ਲਾ ਰਿਹਾ ਨਾ, ਉਹ ਅੱਜ ਗੁਰੂ ਦੇ ਸਿੱਖ ਦੀ ਉਂਗਲ ਫੜ ਕੇ ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਕੋਲੇ ਆ ਗਿਆ। ਕਿਹਦੇ ਕੋਲੇ? ਧੰਨ ਗੁਰੂ ਅਰਜਨ ਦੇਵ ਮਹਾਰਾਜ ਕੋਲੇ। ਇੱਥੇ ਆ ਕੇ ਫਿਰ ਅਰਦਾਸ ਕੀਤੀ ਸੀ, ਬਖਸ਼ ਲੈ। ਇੱਕ ਨਹੀਂ, ਇਦਾਂ ਦੇ ਹਵਾਲੇ ਕਿੰਨੇ ਮਿਲਦੇ ਨੇ। ਭਾਈ ਮੰਝ ਨੇ ਵੀ ਕਦੇ ਬੇਨਤੀ ਕੀਤੀ ਆ ਨਾ। ਅੱਛਾ, ਜਿਨ੍ਹਾਂ ਨੇ ਬੇਨਤੀ ਕੀਤੀ ਆ ਨਾ, ਨਾਂ ਉਹਨਾਂ ਦੀ ਰਹਿ ਗਿਆ ਇਤਿਹਾਸ 'ਚ, ਤੇ ਜਿਹੜੇ ਮੇਰੇ ਅੱਗੇ ਝਾਕੀ ਗਏ ਵੀ ਕੋਈ ਸਾਡੀ ਕਰੂ ਬੇਨਤੀ, ਆਊਗਾ ਕਰੂਗਾ ਫਿਰ ਆਪਾਂ ਤਾਂ ਕੰਮ ਕਰਾਂਗੇ ਨਾ, ਉਹ ਰਹਿ ਗਏ। ਭਾਵ ਜਿਨ੍ਹਾਂ ਨੇ ਕਰ ਲਈ ਬੇਨਤੀ, ਗੁਰੂ ਕਹਿੰਦਾ ਵੀ ਕਰ, ਤੂੰ ਹੀ ਕਰ ਖੁਦ। ਹਰ ਇੱਕ ਸਪਹਿ ਅਰਦਾਸ, ਇੱਕ ਅੱਗੇ ਅਰਦਾਸ ਕਰਨੀ ਹੈ, ਦੂਜੇ ਅੱਗੇ ਨਹੀਂ ਕਰਨੀ। ਇੱਥੇ ਗੱਲ ਕੀਤੀ ਸੀ ਪਾਤਸ਼ਾਹ ਨੇ, ਕਹਿੰਦੇ ਏਕਸ ਆਗੈ ਬੇਨਤੀ ਰਵਿਆ ਸਰਬ ਠਾਈ। ਇੱਕ ਅੱਗੀ ਬੇਨਤੀ ਕਰ, ਉਹ ਜਿਹੜਾ ਸਾਰੇ ਥਾਵਾਂ ਤੇ ਰਮਿਆ ਹੋਇਆ ਗਾ। ਇੱਕ ਇੱਥੇ ਬੇਨਤੀ ਆਪਾਂ ਹੋਰ ਕਰ ਦਈਏ। ਕਈ ਵਾਰ ਮੰਨ ਲਓ ਵੀ ਆਪਾਂ ਹੁਣ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜ ਕੇ ਬੇਨਤੀ ਕਰਦੇ ਹਾਂ, ਹਨਾ, ਤੇ ਪਰ ਕਈ ਵਾਰ ਨਾ ਆਪਾਂ ਨੂੰ ਘਰਾਂ 'ਚ ਅਰਦਾਸ ਬੇਨਤੀ ਕਰਨੀ ਪੈ ਜਾਂਦੀ ਹੈ। ਕਈ ਵਾਰ ਤੁਸੀਂ ਸਾਰੇ ਸੂਝਵਾਨ ਸਿਆਣੇ ਬੈਠੇ ਹੋ, ਉਦੋਂ ਸਾਡੇ ਇੱਕ ਦਿਮਾਗ ਦੇ ਵਿੱਚ ਨਾ ਦੁਬਿਧਾ ਪੈਦਾ ਹੋ ਜਾਂਦੀ ਵੀ ਕਿੱਧਰ ਨੂੰ ਮੂੰਹ ਕਰੀਏ। ਉਦੋਂ ਆਪਣੇ ਦਿਮਾਗ ਦੇ ਵਿੱਚ ਨਾ ਇੱਕ ਖਿਆਲ ਬਣ ਜਾਂਦਾ ਵੀ ਹੁਣ ਆਪਾਂ ਕਿੱਧਰ ਨੂੰ ਮੂੰਹ ਕਰੀਏ। ਮੰਨ ਲਓ ਮਕਾਨ ਦੀ ਨੀਂਹ ਰੱਖਣੀ ਆ, ਬੋਰ ਲਾਉਣ ਲੱਗਣਾਗਾ, ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਕਾਰਜ ਸ਼ੁਰੂ ਕਰਨਾਗਾ, ਕੋਈ ਵੀ ਕੰਮ ਆ। ਤੇ ਜਦੋਂ ਘਰੇ ਹੁੰਨੇ ਆ, ਆਪਾਂ ਕਿਸੇ ਆਸੇ ਪਾਸੇ ਹੋਰ ਥਾਂ ਤੇ ਹੁੰਨੇ ਆ, ਅਰਦਾਸ ਕਰਨੀ ਜ਼ਰੂਰੀ ਆ, ਪਰ ਮੂੰਹ ਕਿੱਧਰ ਨੂੰ ਹੋਵੇ। ਤੇ ਇੱਥੇ ਗੁਰੂ ਸਾਹਿਬ ਨੇ ਲਿਖਿਆ ਪਿਆ, ਕੋਈ ਚੜ੍ਹਦੇ ਵਾਲੇ ਪਾਸੇ, ਕੋਈ ਸਿਪਦੇ ਵਾਲੇ ਪਾਸੇ, ਖੱਬੇ ਸੱਜੇ ਕਰਨ ਦੀ ਸਪੈਸ਼ਲ ਲੋੜ ਨਹੀਂ। ਜਿੱਧਰ ਨੂੰ ਮਰਜੀ ਮੂੰਹ ਕਰਕੇ ਖੜ ਜਾ, ਰੱਬ ਤਾਂ ਉਸੇ ਪਾਸੇ ਹੀ ਰਹਿੰਦਾ ਗਾ। ਬਸ ਗੁਰੂ ਸਾਹਿਬ ਨੇ ਲਿਖਤਾ, ਕੀ ਲਿਖਿਆਗਾ, ਕਹਿੰਦੇ ਬੇਨਤੀ ਉਹਦੇ ਅੱਗੇ ਕਰ ਜਿਹੜਾ ਰਵਿਆ ਸਰਬ ਥਾਈ, ਜਿਹੜਾ ਸਾਰੇ ਥਾਵਾਂ ਤੇ ਤੇਰੀ ਗੱਲ ਸੁਣ ਰਿਹਾ ਗਾ। ਭਾਵੇਂ ਗੱਡੀ 'ਚ ਬੈਠਾ ਬੈਠਾ ਹੀ ਬੇਨਤੀ ਕਰਦੇ। ਹੁਣ ਗੱਡੀ ਤਾਂ 50-60 ਮੋੜ ਘੋੜ ਕੱਢ ਗਈ ਨਾ, ਹੁਣ ਦੱਸ ਕਿੱਧਰ ਨੂੰ ਮੂੰਹ ਆਗਾ। ਮੋਟਰਸਾਈਕਲ ਤੇ ਬੈਠੇ ਅਰਦਾਸ ਕਰਦੇ। ਅਰਦਾਸ ਕੀ ਆ? ਦੋ ਲਫ਼ਜ਼ ਆ ਨਾ, ਹਿਰਦੇ ਚੋਂ ਨਿਕਲੇ ਹੋਏ ਦੋ ਬੋਲ ਨੇਗੇ। ਤੇ ਬਾਕੀ ਆਪਾਂ ਜੋ ਪੜ੍ਹਦੇ ਆ ਇਤਿਹਾਸ ਸਾਡਾ ਸੰਖੇਪ, ਸਾਡੇ ਸਿੰਘ ਸਿੰਘਣੀਆਂ, ਗੁਰੂ ਸਾਹਿਬਾਨ ਜਿਨ੍ਹਾਂ ਦਾ ਸਾਰਿਆਂ ਦਾ ਜ਼ਿਕਰ ਆ ਜਾਂਦਾ, ਉਹਨਾਂ ਨੂੰ ਯਾਦ ਕਰਕੇ ਅਸੀਂ ਫਿਰ ਦੂਗਾ ਆਪਣਾ ਕੰਮ ਦੱਸਦੇ ਹੁੰਦੇ ਆ ਵੀ ਅਸੀਂ ਆਹ ਕੰਮ ਆਰੰਭਣਾ, ਤੇ ਮਾਲਕ ਜੀ ਉਹ ਤੁਸੀਂ ਭਲਾ ਕਰੋ। ਬਸ ਇੱਥੇ ਸਿੱਧ ਕੀ ਹੋ ਗਿਆ ਵੀ ਜਿੱਧਰ ਨੂੰ ਮਰਜੀ ਮੂੰਹ ਕਰ ਲਾ, ਵਾਹਿਗੁਰੂ ਰੱਬ ਜੀ ਪਰਮੇਸ਼ਰ ਪਰਮਾਤਮਾ ਉੱਥੇ ਹੀ ਰਹਿੰਦੇ ਨੇ। ਤੇ ਆਪਾਂ ਗੱਲ ਕੀਤੀ ਸੀ ਸੰਖੇਪ ਤਿਲਕੇ ਦੀ, ਤੇ ਤਿਲਕੇ ਵਿੱਚ ਕਿੱਡਾ ਵਿਸ਼ਵਾਸ ਆ। ਉਹ ਕਹਿੰਦਾ ਮੈਂ ਨਹੀਂ ਜਾਂਦਾ ਕਿਤੇ, ਤੁਸੀਂ ਤੁਰੇ ਫਿਰੋ। ਲੋਕਾਂ ਨੂੰ ਕਹਿੰਦਾ ਗਾ ਇਹਨਾਂ ਨੂੰ ਲਾਲਾ ਮੰਗਰ, ਮੈਨੂੰ ਲੋੜ ਨਹੀਂ ਹੈ, ਮੈਂ ਤੇਰੇ ਵਰਗਿਆਂ ਦੇ ਦਰਸ਼ਨ ਕਰਦਾ ਨਹੀਂ। ਗੁਰੂ ਦੀ ਬਖਸ਼ਿਸ਼ਾ, ਤੇਰੇ ਵਰਗੀ ਤਾਂ ਮੇਰੇ ਦਰਸ਼ਨ ਕਰਨ ਆਉਂਦੇ ਨੇ। ਮੈਨੂੰ ਮਾਣ ਨਹੀਂ ਇਸ ਗੱਲ ਦਾ, ਹੰਕਾਰ ਨਹੀਂ, ਆਪਣੇ ਆਪ ਤੇ ਮੈਨੂੰ ਗੁਰੂ ਨਾਲ ਜੁੜ ਕੇ ਦ੍ਰਿੜਤਾ, ਮੇਰੇ ਅੰਦਰ ਸੱਚੀ ਸੁਹਾਗਣ ਵਾਲੀ ਪਰਪੱਕਤਾ। ਠੀਕ ਹੈ ਨਾ। ਇੱਥੇ ਪਾਤਸ਼ਾਹ ਅੱਗੇ ਲਿਖਦੇ ਨੇ, ਫਿਰ ਕਥਾ ਪੁਰਾਤਨ ਇਉਂ ਸੁਣੀ, ਕਥਾ ਪੁਰਾਤਨ। ਹੁਣ ਗੁਰੂ ਸਾਹਿਬ ਜੀ ਕਹਿੰਦੇ ਹੇ ਭਾਈ, ਹੇ ਮਨੁੱਖ, ਉਹ ਮਾਲਕ ਪਰਮਾਤਮਾ ਅਕਾਲ ਪੁਰਖ ਜੀ, ਉਹਦੇ ਜਿਹੜੇ ਬੋਲ ਆ ਨਾ, ਉਹਦੀ ਜਿਹੜੀ ਬਾਣੀ ਆ, ਆਵਾਜ਼ ਆ, ਕਥਾ ਪੁਰਾਤਨ, ਸੱਚੇ ਬੋਲ। ਪੁਰਾਤਨ ਇਉਂ ਸੁਣੀ, ਮੈਂ ਇਉਂ ਸੁਣੀਆਂ ਕਿਵੇਂ, ਭਗਤਨ ਕੀ ਬਾਣੀ। ਮੈਂ ਰੱਬ ਦੇ ਬੋਲਾਂ ਪ੍ਰਥਾਏ, ਗੁਰੂ ਦੇ ਬੋਲਾਂ ਪ੍ਰਥਾਏ ਇਉਂ ਸੁਣਿਆ ਵੀ ਇਹ ਬੋਲਣਾ ਰੱਬ ਦੇ ਬੋਲ ਨੇ, ਗੁਰੂ ਦੇ ਬੋਲ ਨੇ, ਮੇਰੇ ਮਾਲਕ ਦੇ ਬੋਲ ਨੇ। ਇਹ ਮੈਂ ਭਗਤਾਂ ਦੇ ਮੂੰਹੋਂ ਸੁਣਿਆ।
भगतन की बाणी, सगल दुष्ट खंड खंड किए जन लिए मानी। जिन्हां ने फिर ये बाणी नूं सुन के जीवन च मन लिया, फिर उन्हां दा जिक्र की कीता, सगल दुष्ट, उन्हां दे जिन्ने भी दुष्ट नेगे, दुखी करने वाले पॉइंट नेगे, उन्हां नूं इस बाणी ने खंड खंड टोटे टोटे हिस्से हिस्से करके तोड़ दिता। किसी होर चीज ने नहीं तोड़िया, एक परमात्मा की बाणी ने, रब के ज्ञान ने तोड़िया गा, वाहिगुरू ने तोड़िया ना, होर नहीं किसी चीज ने तोड़िया। आपां रोज गुरु की पावन बाणी विच पढ़दे ने, आखां जीवां विसरै मर जाऊं, जे मैं आखदा हाँ तां जिउंदा हाँ, जे मेरी जवान चों ना रब दी बाणी विसर जावे तां मैं आत्मक तल ते मर जांदा हाँ। आखण औखा साचा नाम, पर गल तां इत्थे खड़ी है ना, साडे दुखां दा नास तां होवेगा भी जे असीं ਜਿਹੜੇ सच्चे नाम नूं जपना सी, दवाई लैनी सी, ਉਹ दवाई लैंदे। पेट दर्द ਹੁੰਦਾ ਤੇ पेट ਦੀ दवाई लवांगे फिर ही दर्द ठीक हो ना। पर चेता रखियो, इत्थे पातशाह जी कहंदे आखण औखा, ये परमात्मा दा नाम जपना, भगतां दी बाणी पढ़नी मनुख नूं औखी लगदी है। औखी नहीं है, औखी लगदी है। फिर की कहेगा, साचे नाम की लागै भूख, उत भूखै खाए चलीए दुख। दुनिया दा कोई भोजन छक लो, किसी दा शुगर वधदा, किसी दा घटदा, किसी दा बीपी वधदा घटदा, किसी दा कोई अंग दुखदा, किसी दा कोई अंग दुखदा। हर एक भोजन अज दे समय च खाण दे नाल आपां अपनी भावना मुताबक वधिया एनर्जी देण वाला भोजन खाइए ते उहनूं डॉक्टर तो चैक करवा लईए ना, तां ओह भी साडा नुकसान कर रिहा गा, साइड इफैक्ट आ ना ओहदा भी। ते सोचो हुण हर एक चीज दे विचों सानू बीमारी मिल रही आ, पर बंदा फिर भी चीज़ां खा रहा। जिन्हों शुगर आ ना, वो कह रहा है तां शुगर, कहना चलो कोई ना, दो जलेबियां तां खा ही लैने आ, भोग ते आए आ ना, फिर तां की हुंदा गा, ऐ तां चाह फिक्की लिया दो भाई मैनूं। वो बकायदा ना बहुते थावां ते लिख के लाया पैंदे भी इधरली केतली च फिक्की चाह ते इधरली च मिठी है, चाह फिक्की नाल गुलाब जामुना मिठियां छकदियां। भाव की है, बंदा वो छक रहा गा जी तो बीमारी मिलती है ना। बीपी वधदा गा, कहंदा घिओ दा कुछ ना खांदे पींदे मर जांगे तां की हुंदा गा। चलो आपां नहीं कहंदे भी ना खाओ, खाओ जी भर के खाओ, पर अपने कहण तो भाव ये आ भी एक वाहिगुरू जी परमेश्वर परमात्मा जी दा सच्चा नाम आ, जिहड़ा साडा अनेकी बीमारियां दा इलाज कर दिंदा गा। साचे नाम की लागै भूख, उत भूखै, ओ भुख जदों पैदा हो गई ना, फिर की आ ਚੱਲੀਏ दुख दुख सारी कट्टे जाते हैं। मतलब कहण तो भाव बाणी नाल जुड़न करके, सिमरन नाल सेवा नाल जुड़न करके अनेकां दुखां दा विघ्नां दा नाश हो जांदा। पर जिहड़ी बीमारी कट्टण वाली दवाई आ, ਉਹ ਬੰਦਾ ਵਰਤ नहीं रहा, ते जिहड़ा भोजन बीमारी लाउंदा गा ਉਹਨੂੰ ਅਸੀਂ ਵਰਤ ਰਹੇ ਆ। ਇਹ ਸਾਡੀ ਅਣਗਹਿਲੀ ਆ। साचे नाम की लागै भूख, उत भूखै खाए चलीए दुख। अगे लिखे, सो क्यों विसरै मेरी माए, हे मेरी मां ये मेरे कोलों विसरे ना। वो किहड़ी मां नूं कहा गा? वो मां किहड़ी आ जिहदे अगे बेनती कीती आ, सरीरक मां की ना, वो तां आप विचारी रुलदी खुरदी फिरदी हैगी, वो कित्थे? कहना पऊ ना। चलो अज दे समय च हाँ, जिहड़ियां मावां ने मेहनतां कीतियां ने, अपने परिवार ते अपने बच्चों ते मेहनत कीती है ना, वो मां नूं तां बाणी ने सलाहिया, उपमा कीती है, वडियाई कीती है, धन जननी जिन जाया, धन पिता प्रधान। वो बाप नूं भी सलाहिया जिस बाप ने पहला अपना जीवन बनाया, फिर अपनी धी दा ते अपने पुत दा जीवन बनाया। चलो 100% असीं जीवन नहीं बना सकते, 100 चों 20% तां अपने बच्चे नूं बदल सकते हैं ना। ते कित्थे 20% भी साडा यही योगदान हुंदा। छड्डो, तुहाडी अपनी मर्जी आ। आपां आम ही कहंदे सुणे आ, दादा दादी माता पिता भाई की करिए, है ना। चलो सो वाहिगुरू भला करे। एक कल ही नवीं गल सुनन नूं मिली है, वैसे तुसीं पहलां सुणी होई, मैं पहली बार सुनी आ। एक साडे समाज दे विच सिख आबादी तो परां दा कोई पिंड आ, जिन्हों
ਕਿ ਸਾਡੀ ਕਿਸੇ ਵੀ ਸੂਬੇ ਸਟੇਟ ਦੇ ਨਾਲ ਲੱਗਦਾ ਨਹੀਂ ਮੰਨਿਆ ਜਾਂਦਾ ਗਾ। ਉਹ ਭਾਵ ਕਿਹੜਾ ਇਲਾਕਾ ਗਾ ਜਿਹਨੂੰ ਮੰਨਿਆ ਗਿਆ ਗਾ ਨੇਪਾਲ ਦਾ। ਉਸ ਇਲਾਕੇ ਦੇ ਵਿੱਚ ਇੱਕ ਪਿੰਡ ਹੈਗਾ ਜਿਸ ਪਿੰਡ ਦਾ ਨਾਮ ਸਿੱਖਾਂ ਦੇ ਨਾਮ ਤੇ ਟਿਕਿਆ ਹੋਇਆ ਗਾ। ਤੇ ਜਿਹੜਾ ਉਹ ਪਿੰਡ ਹੈਗਾ ਉਸ ਇਲਾਕੇ ਵਿੱਚ, ਉਸ ਪੂਰੇ ਪਿੰਡ ਦੇ ਵਿੱਚ ਭਾਵੇਂ ਗਰੀਬੀ ਹੈ, ਬਹੁਤ ਗਰੀਬੀ ਹੈ, ਕੋਈ ਸ਼ੱਕ ਨਹੀਂ, ਕਰਕੇ ਖਾਂਦੇ ਨੇ, ਆਪਣੇ ਵਾਲੀ ਐਸੋ ਇਸ਼ਰਤ ਨਹੀਂ ਉਹਨਾਂ ਕੋਲ ਹੈ, ਤੇ ਪਰ ਸੱਚਾਈ ਆ ਵੀ ਉਹਨਾਂ ਕੋਲੇ ਕਹਿੰਦੇ ਸਿੱਖੀ ਹੈ। ਉਹ ਕੋਈ ਪੰਜਾਬ ਦੀ ਸਟੇਟ ਨਾਲ ਨਹੀਂ ਲੱਗਦਾਗਾ, ਉਹ ਕੋਈ ਆਪਣੇ ਨਾਲ ਨਹੀਂ, ਕੋਈ ਆਪਣੇ ਵਿੱਚੋਂ ਨਹੀਂ। ਵਾਹਿਗੁਰੂ ਭਲਾ ਕਰੇ। ਉਹ ਲੋਕ ਉਹ ਨੇ ਜਿਹੜੇ ਸਾਡੇ ਤੋਂ ਬਹੁਤ ਦੂਰ ਨੇ, ਪਰ ਜੰਮਦੇ ਬੱਚੇ ਤੋਂ ਲੈ ਕੇ ਅੰਤ ਤੱਕ ਉਸ ਇਲਾਕੇ ਦੇ ਵਿੱਚ ਸਾਨੂੰ ਕੇਸ ਕਤਲ ਹੋਏ ਬੱਚਾ ਨਹੀਂ ਮਿਲਦਾ। ਬਕਾਇਦਾ ਸੋਸ਼ਲ ਮੀਡੀਆ ਤੇ ਸਾਰੀ ਗੱਲਬਾਤ ਉਹਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵੱਲੋਂ ਪੈ ਚੁੱਕੀ ਆ। ਆਪਣੇ ਵਿਰਸੇ ਨੂੰ ਸੰਭਾਲਿਆ ਹੋਇਆ। ਪਰ ਚੇਤਾ ਰੱਖਿਓ, ਉਹਨਾਂ ਦਾ ਜਿਹੜਾ ਨਾਤਾ ਗਾ ਸਿੱਖੀ ਨਾਲ, ਉਹ ਰਾਜਾ ਰਣਜੀਤ ਸਿੰਘ ਵੇਲੇ ਜੁੜਿਆ ਗਾ 1839-40 ਚ। ਉਦੋਂ ਬਾਅਦ ਉਥੋਂ ਦੀ ਧਰਤੀ ਦੇ ਲੋਕਾਂ ਨੇ ਬਾਲ ਨਹੀਂ ਕਟਾਏ ਗਏ। ਸੋਚੋ, ਰਾਜੇ ਨੇ ਪਰਮਾਨੈਂਟ ਐਲਾਨ ਕਰ ਦਿੱਤਾ ਸੀ। ਕੀ ਕਿਹਾ ਸੀਗਾ ਵੀ ਮੇਰੇ ਰਾਜ ਦੇ ਵਿੱਚ, ਇਸ ਮੇਰੇ ਸੂਬੇ ਦੇ ਵਿੱਚ ਨਾ ਕੋਈ ਵੀ ਕੇਸ ਕਤਲ ਨਹੀਂ ਕਰਵਾਏਗਾ। ਸੋਚ ਕੇ ਦੇਖੋ, ਉਹ ਕਿੰਨਾ ਚੰਗਾ ਰਾਜਾ ਹੋਵੇਗਾ ਜਿਹੜਾ ਸਾਡੇ ਨਾਲ ਕੋਈ ਦਾ ਦੂਰ ਦਾ ਨੇੜ ਦਾ ਰਿਸ਼ਤਾ ਵੀ ਨਹੀਂ ਹੈ, ਪਰ ਬਖਸ਼ਿਸ਼ ਕਿੱਡੀ ਆ ਗੁਰੂ ਦੀ। ਤੇ ਸਾਡੇ ਵਾਲੇ ਰਾਜਾ ਨੇ ਕੋਰਸ ਸ਼ੁਰੂ ਕੀਤੇ ਹੋਏ ਨੇ, ਬਿਊਟੀ ਪਾਰਲਰ ਦੇ ਕਰੋ ਕੋਰਸ ਭਾਈ, ਆ ਜਾਓ, ਸ਼ਰਾਬ ਵੇਚਣ ਦੇ ਕੋਰਸ ਕਰ ਲਓ, ਚਿੱਟਾ ਵੇਚਣ ਦੇ ਕੋਰਸ ਕਰ ਲਓ, ਸਾਰੇ ਸ਼ੁਰੂ ਕੀਤੇ ਹੋਏ ਨੇ, ਪਰ ਸਾਨੂੰ ਨਹੀਂ ਪਤਾ ਲੱਗਦਾਗਾ। ਸੋਚ ਕੇ ਦੇਖੋ ਕਿੱਥੇ ਸਥਿਤੀ ਖੜੀ ਹੈਗੀ। ਕਹਿਣ ਤੋਂ ਮੁਰਾਦ ਵੀ ਬਖਸ਼ਿਸ਼ ਜਿਨ੍ਹਾਂ ਤੇ ਗੁਰੂ ਦੀ ਹੋ ਜਾਂਦੀ ਹੈ, ਫਿਰ ਉਹ ਇੱਕ ਮਾਲਕ ਪਰਮੇਸ਼ਰ ਪਰਮਾਤਮਾ ਦੇ ਕੋਲ ਆ ਕੇ ਨਾ ਆਪਣੇ ਅੰਦਰ ਆਹ ਚੀਜ਼ ਪੈਦਾ ਕਰ ਲੈਂਦੇ ਨੇ, ਸਾਚੇ ਨਾਮ ਕੀ ਲਾਗੈ ਭੂਖ। ਉਹਨਾਂ ਅੰਦਰ ਵਾਹਿਗੁਰੂ ਜੀ ਦੇ ਨਾਮ ਪਰਥਾਏ ਭੁੱਖ ਪੈਦਾ ਹੋ ਜਾਂਦੀ ਆ। ਫਿਰ ਅੱਗੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀ ਕੀਤਾ ਸੀ, ਉਤ ਭੁੱਖੈ ਖਾਏ ਚੱਲੀਏ ਦੁੱਖ। ਫਿਰ ਸੱਚੇ ਨਾਮ ਨੂੰ ਛਕਣ ਦੇ ਨਾਲ ਦੁੱਖ ਖਤਮ ਹੋ ਜਾਂਦੇ ਨੇ। ਪਰ ਕੋਈ ਵੀ ਦੁਨੀਆ ਦਾ ਭੋਜਨ ਖਾਈਏ ਬਿਮਾਰੀ ਹੈ, ਗੁਰੂ ਦਾ ਨਾਮ ਰੂਪੀ ਭੋਜਨ ਛਕੀਏ ਬਿਮਾਰੀਆਂ ਕੱਟੀਆਂ ਜਾਂਦੀਆਂ ਨੇ। ਯਕੀਨ ਤੁਹਾਡਾ, ਵਿਸ਼ਵਾਸ ਤੁਹਾਡਾ, ਤੇ ਤੁਹਾਡੇ ਤੇ ਗੁਰਬਾਣੀ ਨੇ ਅਸਰ ਕਰਨਾਗਾ। ਤੇ ਲਿਖਿਆ ਕੀ ਆ, ਸਗਲ ਦੁਸ਼ਟ ਖੰਡ ਖੰਡ ਕੀਨੇ। ਖੰਡ ਖੰਡ ਤੋਂ ਭਾਵ ਟੋਟੇ ਟੋਟੇ, ਉਹ ਵਾਹਿਗੁਰੂ ਦਾ ਨਾਮ ਸਭ ਕੁਝ ਕੱਟ ਦਿੰਦਾਗਾ। ਜਨ ਲੀਏ ਮਾਨੀ, ਜਿਨ੍ਹਾਂ ਨੇ ਗੁਰੂ ਦੇ ਵਚਨ ਮੰਨ ਲਏ। ਸਤ ਵਚਨ ਨਾਨਕ ਕਹੈ ਪ੍ਰਗਟ ਸਭ ਮਾਹੇ। ਉਹ ਪਰਮਾਤਮਾ ਹਰ ਦੇ ਵਿੱਚ ਹੈ। ਪ੍ਰਭ ਕੇ ਸੇਵਕ ਸ਼ਰਨ ਪ੍ਰਭ, ਤੇ ਪ੍ਰਭੂ ਦੇ ਸੇਵਕ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਹੀ ਰਹਿੰਦੇ ਹਨ। ਤਿਨ ਕੋ ਭਉ ਨਾਹੀਂ, ਉਹਨਾਂ ਨੂੰ ਕਿਸੇ ਦਾ ਕੋਈ ਭਉ, ਕੋਈ ਡਰ ਨਹੀਂ ਹੁੰਦਾਗਾ। ਸੋ ਅੱਜ ਦੀ ਵਿਚਾਰ ਇੱਥੇ ਸਮਾਪਤ। ਭੁੱਲਾਂ ਦੀ ਖਿਮਾ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ